ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ। ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਦੇ ਵਿੱਚ ਦੇਖਾਂਗੇ ਕਿਸ ਹਿਸਾਬ ਦੇ ਨਾਲ ਫੈਸਤੇ ਜਿਹੜੇ ਮਨਾਏ ਜਾਂਦੇ ਨੇ ਉਹਨਾਂ ਦੇ ਵਿੱਚ ਜੁਰਮਾਨੇ ਹੋਏ ਨੇ। 200 ਬੰਦਾ ਕਿੱਥੇ ਇਕੱਠਾ ਹੋਇਆ ਸੀ, ਇਕੱਠ ਹੋਇਆ ਸੀ 200 ਬੰਦਿਆਂ ਦਾ, ਅਤੇ ਪੁਲਿਸ ਪਹੁੰਚੀ ਕਿਉਂਕਿ ਉੱਥੇ ਰਸ਼ ਜ਼ਿਆਦਾ ਪੈ ਗਿਆ ਸੀ। ਸਭ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੀ ਸਿਚੁਏਸ਼ਨ। ਅੱਜ ਇਟਲੀ ਦੇ ਵਿੱਚ 1391 ਨਵਾਂ ਕੇਸ, 7 ਮਰੀਜ਼ਾਂ ਦੀ ਹੋਈ ਮੌਤ, 1318 ਬੰਦਾ ਹੋਇਆ ਠੀਕ, 41,081 ਬੰਦਾ ਅੱਜ ਵੀ ਇਟਲੀ ਦੇ ਵਿੱਚ ਪੋਜ਼ੀਟਿਵ ਹੈ। 161 ਬੰਦੇ ICU ਦੇ ਵਿੱਚ ਨੇ, 1134 ਬੰਦਾ ਕੋਵਿਡ ਦੇ ਸਿੰਮਟਮ ਦੇ ਨਾਲ ਹੌਸਪਿਟਲਾਂ ਦੇ ਵਿੱਚ, ਅਤੇ 39,786 ਬੰਦਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ। ਜੇਕਰ ਅਸੀਂ ਗੱਲ ਕਰੀਏ ਟੈਸਟਾਂ ਦੀ ਤਾਂ ਅੱਜ ਇਟਲੀ ਦੇ ਵਿੱਚ 1,43,332 ਟੈਸਟ ਕੀਤਾ ਗਿਆ ਜੀ। 10 ਦੀ ਪੋਜ਼ੀਟਿਵਿਟੀ 0.97, 1000 ਪਿੱਛੇ 9 ਅਤੇ 10,000 ਟੈਸਟਾਂ ਦੇ ਵਿੱਚ 97 ਬੰਦੇ ਪੋਜ਼ੀਟਿਵ ਆ ਰਹੇ ਸਨ। ਉੱਧਰ ਹੀ ਜੇਕਰ ਅਸੀਂ ਟੌਪ 5 ਸਟੇਟਾਂ ਦੀ ਅੱਜ ਗੱਲ ਕਰੀਏ ਤਾਂ ਕੰਪਾਨੀਆਂ ਦੇ ਵਿੱਚ 210, ਲੋਂਬਰਦੀਆਂ 'ਚ 205, ਸਿਚੀਲੀਆ 'ਚ 192, ਲਾਸੀਓ 'ਚ 176 ਅਤੇ ਵੇਨੇਤੋ ਦੇ ਵਿੱਚ 157 ਨਵਾਂ ਕੇਸ ਦਰਜ ਹੋਇਆ ਜੀ। ਜੇਕਰ ਅਸੀਂ ਗੱਲ ਕਰੀਏ ਵੈਕਸੀਨ ਦੀ ਤਾਂ ਵੈਕਸੀਨ ਦੇ ਵਿੱਚ ਇਟਲੀ ਦੁਨੀਆ ਦੇ ਵਿੱਚ 10ਵੇਂ ਨੰਬਰ 'ਤੇ ਆ, ਤੁਰਕੀ ਤੋਂ ਬਾਅਦ 10ਵੇਂ ਨੰਬਰ 'ਤੇ ਆ। 5,74,409 5,74,9,238 ਨੂੰ ਪਹਿਲਾ ਅਤੇ 2,36,20,190 ਨੂੰ ਦੂਸਰਾ ਵੈਕਸੀਨ ਦਾ ਡੋਜ਼ ਲਾ ਦਿੱਤਾ ਜੀ। ਹੁਣ ਚੱਲਦੇ ਹਾਂ ਜੀ ਅੱਜ ਦੀਆਂ ਖਾਸ ਖਬਰਾਂ ਵੱਲ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਖਬਰਾਂ ਚਰਚਾ ਦੇ ਵਿੱਚ ਰਹੀਆਂ ਨੇ, ਸਭ ਤੋਂ ਜਿਹੜੀ ਪਹਿਲੀ ਖਬਰ ਉਹ ਜੀ ਡੈਲਟਾ ਵਾਰੀਐਂਟ ਇਟਲੀ ਦੇ ਵਿੱਚ ਆਪਣਾ ਕਹਿਰ ਦਿਖਾ ਰਿਹਾ ਜੀ, ਆਪਣਾ ਦਹਿਸ਼ਤ ਬਣਾਉਣ ਦੇ ਵਿੱਚ ਕਾਮਯਾਬ ਹੋ ਚੁੱਕਾ ਹੈ ਜੀ। ਇਟਲੀ ਨੇ ਵੀ ਆਪਣੀ ਇੱਕ ਐਮਰਜੈਂਸੀ ਮੀਟਿੰਗ ਰੱਖ ਲਈ ਹੈ ਜੀ। ਇਹ ਜੋ ਐਮਰਜੈਂਸੀ ਮੀਟਿੰਗ ਰੱਖੀ ਗਈ ਹੈ ਇਹ ਕੱਲ੍ਹ ਨੂੰ ਹੋਣੀ ਹੈ ਜੀ, ਜਿਸ ਦੇ ਵਿੱਚ ਹੋ ਸਕਦਾ ਹੈ ਕਿ ਇਟਲੀ ਦੇ ਵਿੱਚ ਇੱਕ ਵਾਰ ਫਿਰ ਜਿਹੜੇ ਆ ਵਾਈਟ ਜ਼ੋਨ ਆ ਉਹਨਾਂ ਦੇ ਵਿੱਚ ਕੁਛ ਚੇਂਜਿੰਗ ਕੀਤੀ ਜਾਵੇ। ਅਸੀਂ ਕਹਿ ਸਕਦੇ ਹਾਂ ਕਿ ਥੋੜ੍ਹੀਆਂ ਪਾਬੰਦੀਆਂ ਥੋੜ੍ਹਾ ਜਿਹਾ ਸਖਤ ਕੀਤਾ ਜਾਊਗਾ ਇਟਲੀ ਦੇ ਵਿੱਚ। ਜਿਹੜੇ ਵਾਈਟ ਜ਼ੋਨ ਆ ਜਾਂ ਪੀਲੇ ਜ਼ੋਨ ਆ, ਚਿੱਟੇ ਜ਼ੋਨਾਂ ਦਾ ਆਪਾਂ ਸਿਸਟਮ ਇੱਕ ਵਾਰ ਫਿਰ ਦੇਖਣ ਨੂੰ ਸਾਨੂੰ ਮਿਲ ਸਕਦਾ ਜੀ। ਇਸ ਟਾਈਮ ਜਿਹੜਾ ਵਾਈਟ ਜ਼ੋਨ ਦੀ ਗੱਲ ਦੱਸੀ ਜਾ ਰਹੀ ਹੈ ਕਿ ਜੇਕਰ 1 ਲੱਖ ਬੰਦੇ ਪਿੱਛੇ 150 ਕੇਸ ਆਉਂਦਾ ਹੋਵੇ, ਇਹ ਜਿਹੜਾ ਇੱਕ ਮਿਨੀਮਮ ਰਿਕੁਆਇਰਮੈਂਟ ਆ। ਉਸ ਤੋਂ ਬਾਅਦ ਇੱਕ ਹੋਰ ਰਿਕੁਆਇਰਮੈਂਟ ਆ ਜੀ ਕਿ ਜਿਹੜਾ 40% ਤੋਂ ਘੱਟ ਹੋਣੇ ਚਾਹੀਦੇ ਆ ਵੀ ਜਿੰਨੇ ਹੌਸਪਿਟਲਾਂ ਦੇ ਵਿੱਚ ਸੀਟਾਂ ਨੇ ਉਹਨਾਂ ਤੋਂ 40% ਤੋਂ ਥੱਲੇ ਬੁੱਕ ਹੋਣੀਆਂ ਚਾਹੀਦੀਆਂ, ਅਤੇ 30% ਤੋਂ ਜਿਹੜੇ ਥੈਰੇਪੀ ਹੈ ਇੰਟੈਂਸਿਵ 30% ਹੁੰਦੇ ਜਿਹੜੇ ICU ਦੇ ਕਮਰੇ ਨੇ 30% ਤੋਂ ਘੱਟ ਹੋਣੇ ਚਾਹੀਦੇ ਆ। ਜੇਕਰ ਇਹਨਾਂ ਤੋਂ ਘੱਟ ਆ ਤਾਂ ਫਿਰ ਸਿਚੁਏਸ਼ਨ ਨੋਰਮਲ ਆ, ਪਰ ਹੁਣ ਇਹਨਾਂ ਨੂੰ ਹੋਰ ਘਟਾਇਆ ਜਾ ਰਿਹਾ ਅਤੇ ਜਿਹੜੇ ਹੌਸਪਿਟਲਾਂ ਦੇ ਬੈੱਡ ਨੇ ਉਹਨਾਂ ਨੂੰ 30% ਅਤੇ ICU ਨੂੰ 20% ਤੱਕ ਕਰ ਦਿੱਤਾ ਜਾਣਾ ਜੀ। ਇੱਦਾਂ ਕਿਉਂ ਕਰਨ ਜਾ ਰਿਹਾ ਨੇ? ਕਿਉਂਕਿ ਇਟਲੀ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ, ਇੱਕ ਮਹੀਨੇ ਦੇ ਵਿੱਚ ਹੀ ਦੱਸਿਆ ਜਾ ਰਿਹਾ ਕਿ 11,000 ਇੱਕ ਦਿਨ ਦੇ ਵਿੱਚ ਕੇਸ ਆ ਸਕਦਾ ਜੇਕਰ ਵੈਕਸੀਨ ਨਾ ਲਾਈ ਜਾਵੇ। ਵੈਕਸੀਨ ਦੀ ਹੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਜੇ ਅਸੀਂ ਦੇਖੀਏ, ਆਸਟ੍ਰੇਲੀਆ ਦੇ ਵਿੱਚ ਇੱਕ ਪਹਿਲੀ ਮੌਤ ਹੋਈ ਹੈ ਜੀ। ਸਿਡਨੀ ਦੇ ਵਿੱਚ ਦੇਸ਼ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਇੱਕ 90 ਸਾਲ ਦੀ ਬਜ਼ੁਰਗ ਔਰਤ ਹੀ ਜੋ ਕਿ ਪੋਜ਼ੀਟਿਵ ਹੋਣ ਤੋਂ ਕੁਛ ਟਾਈਮ ਬਾਅਦ ਹੀ ਉਹਦੀ ਮੌਤ ਹੋ ਗਈ ਆ। ਗੱਲ ਕਰਦੇ ਹਾਂ ਜੀ 120 ਸਟੂਡੈਂਟ ਜਿਹੜੇ ਮਾਲਟਾ ਦੇ ਵਿੱਚ 150 ਸਟੂਡੈਂਟ ਜਿਹੜਾ ਮਾਲਟਾ ਦੇ ਵਿੱਚ ਫਸਿਆ ਹੋਇਆ ਉਹਨਾਂ ਨੂੰ ਵਾਪਸ ਆਉਣ ਦੀ ਇਸ ਟਾਈਮ ਸਰਕਾਰ ਨੇ ਵੀ ਗੱਲ ਕੀਤੀ ਹੈ ਜੀ। ਆਪਸੀ ਗੱਲਬਾਤ ਹੋਈ ਹੈ ਦੋਵਾਂ ਸਰਕਾਰਾਂ ਦੇ ਨਾਲ। ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੇ ਆਪਸ ਦੇ ਵਿੱਚ ਗੱਲ ਕੀਤੀ ਹੈ ਅਤੇ ਸਿੱਟਾ ਇਹ ਨਿਕਲਿਆ ਜੀ ਕਿ ਫਿਲਹਾਲ ਇਹਨਾਂ ਨੂੰ ਨਹੀਂ ਲਿਆਇਆ ਜਾਊਗਾ ਜੀ। ਇਹਨਾਂ ਨੂੰ ਰੋਕਣਾ ਹੀ ਪੈਣਾ, ਚਾਹੇ ਪੋਜ਼ੀਟਿਵ ਆ ਚਾਹੇ ਨੈਗੇਟਿਵ ਆ, ਇਹਨਾਂ ਨੂੰ ਇਟਲੀ ਦੇ ਵਿੱਚ ਵਾਪਸੀ ਨਹੀਂ ਦਿੱਤੀ ਜਾਣੀ ਹੈ। ਜਿਹੜੇ ਪੋਜ਼ੀਟਿਵ ਉਹਨਾਂ ਨੂੰ ਦਵਾਈ ਉਹਨਾਂ ਦੀ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਜਿਹੜੇ ਬੰਦੇ ਨੇ ਨੈਗੇਟਿਵ ਉਹਨਾਂ ਨੂੰ ਫਿਰ ਉੱਥੇ ਕੁਆਰੰਟਾਈਨ 14 ਦਿਨ ਰਹਿਣਾ ਹੀ ਪੈਣਾ ਜੀ। ਇੰਗਲੈਂਡ ਵੱਲ ਚੱਲਦੇ ਹਾਂ। ਅੱਜ ਇਟਲੀ ਅਤੇ ਇੰਗਲੈਂਡ ਦਾ ਮੈਚ ਆ ਜੀ। ਆਪਾਂ ਕਰਦੇ ਹਾਂ ਕਿ ਇਟਲੀ ਜਿੱਤ ਜਾਏ। ਤੁਸੀਂ ਵੀ ਸਾਰੇ ਇਹੀ ਅਰਦਾਸ ਕਰਿਓ ਕਿ ਇਟਲੀ ਜਿੱਤ ਜਾਏ, ਕਿਉਂਕਿ ਪਿਛਲੀ ਵਾਰ ਦੱਸਿਆ ਜਾ ਰਿਹਾ ਕਿ ਤੁਸੀਂ ਵੀ ਦੇਖਿਆ ਹੋਣਾ ਮੈਚ ਦੇ ਵਿੱਚ ਵੀ ਇੰਗਲੈਂਡ ਵਾਲਿਆਂ ਨੂੰ ਲੱਗਦਾ ਸੀ ਕਿ ਰੈਫਰੀ ਥੋੜ੍ਹੀ ਜਿਹੀ ਮਦਦ ਕਰ ਰਹੇ ਨੇ। ਜੇਕਰ ਰੈਫਰੀ ਆਪਣਾ ਬਿਲਕੁਲ ਸਹੀ ਦੇਣਗੇ, ਆਪਣਾ ਫੈਸਲੇ ਸਹੀ ਕਰਨਗੇ ਤਾਂ ਇਟਲੀ ਦੀ ਜਿੱਤ ਪੱਕੀ ਹੈ ਜੀ। ਅਤੇ ਇੰਗਲੈਂਡ ਦੀ ਜੇਕਰ ਗੱਲ ਕਰੀਏ, ਸਰਕਾਰ ਕਹਿ ਰਹੀ ਹੈ ਇੰਗਲੈਂਡ ਦੇ ਵਿੱਚ ਵੀ ਅਤੇ ਇਟਲੀ ਦੇ ਵਿੱਚ ਵੀ ਕਿ ਮੈਚ ਦੇਖਣ ਨੂੰ ਜ਼ਿਆਦਾ ਇਕੱਠ ਨਾ ਕਰਿਓ। ਬੰਦੇ ਸਾਰੇ ਜਣੇ ਸਾਵਧਾਨ ਰਹਿਣ ਜੀ। ਇੰਗਲੈਂਡ ਦੇ ਵਿੱਚ ਕੱਲ੍ਹ 32,000 ਤਕਰੀਬਨ ਆਇਆ ਸੀਗਾ ਨਵਾਂ ਕੇਸ, ਅਤੇ ਅੱਜ 31,772 ਨਵਾਂ ਕੇਸ ਆਇਆ। ਕੇਸਾਂ ਦੀ ਜਿਹੜੀ ਗਿਣਤੀ ਉੱਥੇ ਲਗਾਤਾਰ ਵੱਧਦੀ ਜਾ ਰਹੀ ਹੈ ਜੀ।
ਅਗਲਾ ਜੋ ਅਪਡੇਟ ਆ ਰਿਹਾ ਜੀ ਰੋਮਾ ਤੋਂ ਆ ਰਿਹਾ ਜੀ। ਰੋਮਾ ਦੇ ਵਿੱਚ 300 ਬੰਦਾ ਜਿਹੜਾ ਇੱਕ ਫੈਸਤਾ ਬੁਲਾ ਰਿਹਾ ਸੀ। ਪਾਰਕੋ ਦੀ ਵਰਤੀਮੈਂਤੀ ਦੇ ਵਿੱਚ ਜਿਹੜੇ ਇੱਕ ਪਾਰਕ ਹੁੰਦੇ ਆ, ਗਾਰਡਨ ਹੁੰਦੇ ਆ, ਜਿਹੜੇ ਪਬਲਿਕ ਗਾਰਡਨ ਹੁੰਦੇ ਨੇ, ਉਹਨਾਂ ਦੇ ਵਿੱਚ ਭੰਗੜੇ ਪੈ ਰਹੇ ਸੀ ਜੀ। ਡੀਜੇ ਲੱਗਾ ਸੀ, ਨੱਚਣ ਰਿਹਾ ਸੀ, ਟੱਪ ਰਿਹਾ ਸੀ। ਫਿਰ ਕਿਸੇ ਬੰਦੇ ਨੇ ਪੁਲਿਸ ਵਾਲਿਆਂ ਨੂੰ ਫੋਨ ਕਰਤਾ ਅਤੇ 300 ਬੰਦਾ ਤਕਰੀਬਨ ਉੱਥੇ ਹੋਣ ਕਾਰਨ ਦੱਸਿਆ ਜਾ ਰਿਹਾ ਕਿ 50 ਬੰਦਿਆਂ ਨੂੰ ਉੱਥੇ ਕੰਟਰੋਲ ਕੀਤਾ ਗਿਆ। ਕਿਉਂਕਿ ਜਿਸ ਟਾਈਮ ਗੱਡੀਆਂ ਆਈਆਂ ਤਾਂ ਲੋਕਾਂ ਦੇ ਵਿੱਚ ਭੱਜ ਦੌੜ ਮਚ ਗਈ, ਲੋਕ ਦੌੜ ਗਏ। ਅਤੇ ਜ਼ਿਆਦਾਤਰ ਇਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ 16 ਸਾਲ ਦੇ ਵੀ ਸੀ ਜਿਨ੍ਹਾਂ ਨੂੰ ਸ਼ਰਾਬ ਦਿੱਤੀ ਜਾ ਰਹੀ ਸੀ। ਇੱਕ ਮਿਨੀ ਮਾਰਕੀਟ ਵੀ ਆ ਅਤੇ ਉੱਥੋਂ ਨੇੜੇ ਤੇੜੇ ਇੱਕ ਮਿਨੀ ਮਾਰਕੀਟ ਲੱਗੀ ਸੀ, ਜਿਹਨੇ ਦੇਖਿਆ ਵੀ 200-300 ਬੰਦਾ ਆਇਆ ਜੀ। ਉਹ ਪੈਗ ਸ਼ੈਗ ਜੇਕਰ ਵੀਰਾਂ ਸ਼ੇਰਾਂ ਕਿਸੇ ਨੇ ਖਰੀਦਣੀ ਆ ਤਾਂ ਉਹਨਾਂ ਨੂੰ ਵੇਚੋ। ਉਹਨਾਂ ਨੇ ਚੰਗਾ ਪੈਸਾ ਕਮਾਇਆ ਅਤੇ ਸਭ ਤੋਂ ਪਹਿਲਾਂ ਆ ਕੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਹੀ ਬੰਦ ਕੀਤਾ। ਉਸ ਏਰੀਏ ਦੇ ਵਿੱਚ 50 ਸੀਗੀਆਂ ਜੀ ਦੁਕਾਨਾਂ ਉਸ ਟਾਈਮ ਖੁੱਲ੍ਹੀਆਂ ਅਤੇ ਹੁਣ ਦੱਸਿਆ ਜਾ ਰਿਹਾ ਕਿ ਸਾਰੇ ਬੰਦੇ ਆ ਜਿਹੜੇ ਇਹਨਾਂ ਨੂੰ ਉੱਥੋਂ ਭਜਾ ਦਿੱਤਾ ਗਿਆ। ਜੁਰਮਾਨੇ ਦੀ ਫਿਲਹਾਲ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ ਬੰਦਿਆਂ ਨੂੰ ਕਿਸੇ ਤਰ੍ਹਾਂ ਦਾ ਜੁਰਮਾਨਾ ਕੀਤਾ ਗਿਆ ਜਾਂ ਫਿਰ ਨਹੀਂ ਕੀਤਾ ਗਿਆ, ਪਰ ਜਿੱਦਾਂ ਹੀ ਸਾਡੇ ਤੱਕ ਇਹ ਖਬਰ ਪਹੁੰਚਦੀ ਆ ਆਪਾਂ ਤੁਹਾਨੂੰ ਇਹਦੇ ਬਾਰੇ ਵੀ ਜ਼ਰੂਰ ਦੱਸਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ ਬਲੋਨੀਆ ਤੋਂ। ਬਲੋਨੀਆ 'ਤੇ ਇੱਕ ਖਬਰ ਆ ਰਹੀ ਹੈ ਜੀ ਜੋ 2 ਦਿਨ ਪੁਰਾਣੀ ਹੈ। ਇੰਡੀਅਨ ਇੱਕ ਭਾਰਤੀ ਗ੍ਰਿਫਤਾਰ ਕੀਤਾ ਗਿਆ ਜੀ। ਗ੍ਰਿਫਤਾਰ ਕਰਨ ਦਾ ਕਾਰਨ ਕੀ ਹੈ ਜੀ? ਗੁਆਂਢੀਏ ਨੇ ਦੱਸਿਆ ਕਿ ਘਰ 'ਚ ਲੜਾਈ ਹੋ ਰਹੀ ਹੈ ਅਤੇ ਪਤੀ ਆਪਣੀ ਪਤਨੀ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕੁੱਟ ਰਿਹਾ ਜੀ। ਪਤੀ ਨੇ ਆਪਣਾ ਜਿਹੜਾ ਤਵਾ ਹੁੰਦਾ ਤਵੇ ਦੇ ਨਾਲ ਕੀਤਾ ਆਪਣੀ ਘਰਵਾਲੀ ਦਾ ਕਟਾਪਾ। ਪੁਲਿਸ ਨੇ ਪਹੁੰਚੀ ਅਤੇ ਦੇਖਿਆ ਘਰਵਾਲੀ ਉਸ 46 ਸਾਲ ਭਾਰਤੀ ਬੰਦੇ ਦੀ ਘਰਵਾਲੀ ਬਾਹਰ ਬੈਠੀ ਸੀ, ਸ਼ੌਕ ਦੇ ਵਿੱਚ ਸੀਗੀ, ਸਦਮੇ ਦੇ ਵਿੱਚ ਸੀਗੀ ਅਤੇ ਉਹਨੂੰ ਹੌਸਪੀਟਲ ਦੇ ਵਿੱਚ ਲੈ ਕੇ ਗਏ। 30 ਦਿਨ ਦਾ ਉਹਨੂੰ ਆਰਾਮ ਦੱਸਿਆ ਕਿ 30 ਦਿਨਾਂ ਦੇ ਵਿੱਚ ਉਹ ਠੀਕ ਹੋ ਜਾਊਗੀ। ਅਤੇ ਇਸ ਟਾਈਮ ਜਿਹੜੀ ਪਹਿਲੀ ਇਨਕੁਆਰੀ ਤੋਂ ਗੱਲ ਸਾਹਮਣੇ ਆਈ ਉਹ ਇਹ ਹੈ ਜੀ ਕਿ ਉਸ ਆਦਮੀ ਨੇ ਆਪਣੀ ਘਰਵਾਲੀ ਨੂੰ ਤਾਂ ਕੁੱਟਿਆ ਕਿ ਆਪਣੇ ਘਰ ਵਾਲੇ ਨੂੰ ਬਿਨਾਂ ਪੁੱਛੇ ਤੋਂ ਆਪਣੇ ਕਿਸੇ ਨਿਪੋ ਅਤੇ ਆਪਣੇ ਕਿਸੇ ਭਤੀਜੇ ਦੇ ਘਰ ਰਹਿਣ ਚਲੇ ਗਏ ਸੀ ਅਤੇ ਜਿਸ ਕਾਰਨ ਉਸ ਨੂੰ ਗੁੱਸਾ ਲੱਗਾ ਅਤੇ ਗੁੱਸੇ ਆਉਣ 'ਤੇ ਉਹਨੇ ਉਹਨਾਂ ਦੇ ਹੀ ਘਰ ਜਾ ਕੇ ਉਹਦਾ ਅੱਖਾਂ ਦੇ ਮੂਹਰੇ ਉਹਦਾ ਕਟਾਪਾ ਕੀਤਾ ਜੀ। ਵੱਧਦੇ ਹਾਂ ਜੀ ਅਗਲੇ ਅਪਡੇਟ ਵੱਲ। ਅਗਲਾ ਅਪਡੇਟ ਆ ਰਿਹਾ ਜੀ ਮਾਰ ਅਦਰਿਆਤਿਕੋ ਤੋਂ ਵਿੱਚ ਜਿਹੜਾ ਆਪਣਾ ਅਦਰਿਆਤਿਕੋ ਦਾ ਸਮੁੰਦਰ ਆ, ਇਹਦੇ ਵਿੱਚ ਭੂਚਾਲ ਆਇਆ ਜੀ। ਭੂਚਾਲ 4.2 ਮੈਗਨੀਟਿਊਡ ਦਾ ਆਇਆ ਜੀ। 12:56 'ਤੇ 1 ਵਜੇ ਤੋਂ 4 ਮਿੰਟ ਪਹਿਲਾਂ ਆਇਆ ਜੀ। ਇਹ ਸਮੁੰਦਰ ਦੇ ਵਿੱਚ ਜੋ ਭੂਚਾਲ ਆਇਆ, ਭੂਚਾਲ ਦੇ ਜਿਹੜੇ ਝਟਕੇ ਨੇ, ਜਿਹੜੀਆਂ ਲਹਿਰਾਂ ਨੇ, ਦੱਸਿਆ ਜਾ ਰਿਹਾ ਕਿ ਮਾਰਕੇ ਤੋਂ ਲੈ ਕੇ ਈਸਟਰੀਆ ਤੱਕ ਸੁਣੀਆਂ ਜਾ ਰਹੀਆਂ ਨੇ। ਪ੍ਰੋਵਿੰਚੀਆ ਦੀ ਜਿਹੜੇ ਪ੍ਰੋਵਿੰਚੀਆ ਸਪੈਸ਼ਲੀ ਤੌਰ 'ਤੇ ਜੇਕਰ ਗੱਲ ਕਰੀਏ ਰਵੇਨਾ ਅਤੇ ਰੀਮਿਨੀ, ਇਹਨਾਂ ਦੇ ਵਿੱਚ ਕਾਫੀ ਹੱਦ ਤੱਕ ਇਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ। ਮਾਰਕੇ ਅਤੇ ਈਸਟਰੀਆ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਇਹਦੇ ਝਟਕੇ ਮਹਿਸੂਸ ਕੀਤੇ ਗਏ ਨੇ ਅਤੇ 60 ਕਿਲੋਮੀਟਰ ਦੀ ਦੂਰੀ 'ਤੇ ਇਹਦਾ ਜਿਹੜਾ ਸੈਂਟਰ ਦੱਸਿਆ ਜਾ ਰਿਹਾ ਸੀ। ਰਵੇਨਾ ਤੋਂ 60 ਕਿਲੋਮੀਟਰ ਦੂਰੀ 'ਤੇ ਇਹ ਜਿਹੜਾ ਭੂਚਾਲ ਸ਼ੁਰੂਆਤ ਹੋਈ ਸੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਸਰਕਾਰ ਨੇ ਜਿਹੜਾ ਬੂਰੋ ਹੁੰਦਾ, ਬੂਰੋ ਨੂੰ ਅਸੀਂ ਮੱਖਣੀ ਕਹਿ ਸਕਦੇ ਹਾਂ ਅਸੀਂ ਇਹਨੂੰ, ਜਾਂ ਫਿਰ ਮੱਖਣ ਵੀ ਕਹਿ ਸਕਦੇ ਹਾਂ। ਸਰਕਾਰ ਨੇ ਇੱਕ ਜਿਹੜੀ ਮਾਰਕੀਟ ਹੈ, ਇੱਕ ਕੁਆਲਿਟੀ ਦਾ ਮਾਰਕੇ ਦਾ ਮੱਖਣ ਆ ਜਿਹੜਾ ਵਾਪਸ ਕਰ ਲਿਆ ਜੀ। ਅਤੇ ਇਸ ਮਾਰਕੇ ਦਾ ਨਾਮ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਜੀ। ਮਾਰਕਾ ਆ ਜੀ ਬੂਰੋ ਗਰਾਨਾ ਰੋਲੋ। ਜੇਕਰ ਤੁਸੀਂ ਵੀ ਬੂਰੋ ਗਰਾਨਾ ਰੋਲੋ ਜਿਹੜੀ ਆ ਲੈ ਕੇ ਆਇਓ, ਖਰੀਦੇ, 1 ਕਿਲੋ ਦੀ ਪੈਕਿੰਗ ਹੁੰਦੀ ਹੈ। ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਘੇ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਲੈ ਕੇ ਆਉਂਦੇ ਆ। ਤਾਂ ਜੇਕਰ ਇਹ ਜਿਹੜੀ ਬੂਰੋ ਤੁਸੀਂ ਲੈ ਕੇ ਆਇਓ ਜੀ ਅਤੇ ਇਹਨੂੰ ਵਾਪਸ ਕਰੋ, ਕਿਉਂਕਿ ਸਰਕਾਰ ਨੇ ਜਿੰਨਾ ਵੀ ਇਹ 1 ਕਿਲੋ ਦੀ ਪੈਕਿੰਗ ਸੀਗੀ ਮਾਰਕੀਟ ਦੇ ਵਿੱਚ ਸਾਰੀ ਇਸ ਟਾਈਮ ਬੁਲਾ ਲਈ ਹੈ। ਬੁਲਾਉਣ ਦਾ ਕਾਰਨ ਕੀ ਹੈ? ਕਿਉਂਕਿ ਇਹਦੇ ਵਿੱਚ ਕੁਛ ਇੱਦਾਂ ਦੇ ਪਦਾਰਥ ਪਾਏ ਗਏ ਨੇ ਜੋ ਕਿ ਕੁਛ ਬੰਦਿਆਂ ਦੇ ਲਈ ਹਾਨੀਕਾਰਕ ਹੋ ਸਕਦੇ ਨੇ। ਹਾਨੀਕਾਰਕ ਹੋਣ ਦੇ ਕਿਹੜੇ ਪਦਾਰਥ ਨੇ? ਦੇਖੋ ਜੀ, ਇੱਕ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਕਈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਬੰਦਿਆਂ ਨੂੰ ਅਲਰਜੀ ਹੁੰਦੀ ਆ ਪਰ ਉਹ ਦੱਸੀਆਂ ਨਹੀਂ। ਹੁਣ ਜਿੱਦਾਂ ਕਈ ਬੰਦੇ, ਜਿਸ ਤਰ੍ਹਾਂ ਕਿ ਜਿਹੜੇ ਬਹੁਤ ਸਾਰੇ ਬੰਦੇ ਜਿਹੜੇ ਕਿ ਚੇਲੀਆਕੋ ਹੁੰਦੇ ਆ, ਜਿਨ੍ਹਾਂ ਨੂੰ ਗਲੂਟੀਨ ਦੇ ਨਾਲ ਐਲਰਜੀ ਹੁੰਦੀ ਹੈ ਅਤੇ ਉਹਨੂੰ ਪ੍ਰੋਬਲਮ ਹੁੰਦੀ ਹੈ, ਜਿਹਦੇ ਨਾਲ ਉਹਨਾਂ ਨੂੰ ਇਹ ਨਹੀਂ ਪਚਦਾ, ਲੂਜ਼ ਮੋਸ਼ਨ ਹੋ ਜਾਂਦੇ ਆ, ਜਾਂ ਫਿਰ ਹੋਰ ਇੱਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਜਿੱਦਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਜੀ। ਇਸ ਚੀਜ਼ ਨੂੰ ਨਾ ਲਿਖਣ ਕਾਰਨ ਉਹਨਾਂ ਨੇ ਸਾਰੇ ਦਾ ਸਾਰਾ ਇਹ ਵਾਪਸ ਕਰ ਲਿਆ ਜੀ, ਰੀਕੈਮਾਰੇ ਕਰ ਲਿਆ ਵਾਪਸ। ਅਤੇ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਜੀ, 1 ਕਿਲੋ ਦੀ ਪੈਕਿੰਗ ਹੈ ਇਹ। ਇਸ ਪੈਕਿੰਗ ਨੂੰ ਜੇਕਰ ਤੁਸੀਂ ਲਿਆਉਣੇ ਆ ਬੂਰੋ ਗਰਾਨਾ ਰੋਲੋ ਵਾਲਿਆਂ ਦੀ ਤਾਂ ਤੁਸੀਂ ਵਾਪਸ ਕਰ ਦਿਓ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਬੰਦਾ ਚੇਲੀਆਕੋ ਜਾਂ ਫਿਰ ਉਸ ਬੰਦੇ ਨੂੰ ਪ੍ਰੋਬਲਮ ਆ ਆਪਣੇ ਗਲੂਟੇਨ ਤੋਂ। ਪੁਰਤਗਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਵੈਕਸੀਨ ਦੇ ਤੌਰ 'ਤੇ ਜਿਹੜੇ ਅਡਲਟ ਨੇ ਪਹਿਲਾ ਡੋਜ਼ ਤਕਰੀਬਨ 7% ਬੰਦਿਆਂ ਤੱਕ ਲੱਗ ਚੁੱਕਾ ਹੈ। ਪਰ ਸਾਰੀ ਦੁਨੀਆ ਦੇ ਵਿੱਚ ਜਿਹੜਾ ਖਤਰਾ ਇਸ ਟਾਈਮ ਮੰਡਰਾ ਰਿਹਾ ਉਹ ਹੈ ਜੀ ਡੈਲਟਾ ਵਾਰੀਐਂਟ ਦਾ।
ਇੰਗਲੈਂਡ ਦੇ ਵਿੱਚ ਇੰਗਲੈਂਡ ਤੋਂ ਬਾਅਦ ਪੁਰਤਗਾਲ ਤੋਂ ਬਾਅਦ ਅਸੀਂ ਦੇਖਦੇ ਹਾਂ ਫਰਾਂਸ ਦੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦਾ ਇੱਕ ਨਵਾਂ ਬਿਆਨ ਆਇਆ ਜੀ। ਉਹ ਕਹਿ ਰਹੇ ਨੇ ਕਿ ਫਰਾਂਸ ਦੇ ਵਿੱਚ ਅਸੀਂ ਤੀਸਰੀ ਲਹਿਰ ਮੰਨ ਰਹੇ ਹਾਂ ਜੀ। ਉਹਨਾਂ ਦੇ ਜਿਹੜੇ ਓਲੀਵਰ ਵੇਰਾਨ ਆ ਜੀ, ਉਹ ਕਹਿ ਰਹੇ ਨੇ ਕਿ ਫਰਾਂਸ ਦੇ ਵਿੱਚ ਜਿਸ ਹਿਸਾਬ ਦੇ ਨਾਲ ਇਸ ਟਾਈਮ ਕੇਸ ਆ ਰਹੇ ਨੇ ਉਸ ਹਿਸਾਬ ਦੇ ਨਾਲ ਸਾਨੂੰ ਲੱਗ ਰਿਹਾ ਕਿ ਅਸੀਂ ਇੱਕ ਨਵੀਂ ਤੀਸਰੀ ਲਹਿਰ ਦਾ ਸ਼ਿਕਾਰ ਹੋ ਗਏ ਹਾਂ। ਅਗਲਾ ਅਪਡੇਟ ਆ ਰਿਹਾ ਜੀ ਸਪੇਨ ਤੋਂ। ਸਪੇਨ ਦੇ ਵਿੱਚ 15 ਸਟੂਡੈਂਟ 15 ਕੁੜੀਆਂ ਮਨਾਉਣ ਗਈਆਂ ਸੀ ਛੁੱਟੀਆਂ। ਜਦ ਇਟਲੀ ਦੇ ਵਿੱਚ ਵਾਪਸ ਆਉਂਦੀਆਂ ਨੇ ਤਾਂ ਉਹ ਵਾਪਸੀ ਦੇ ਵੇਲੇ ਪੋਜ਼ੀਟਿਵ ਹੁੰਦੀਆਂ ਨੇ। ਸਿਰਾਕੂਜ਼ਾ ਦੇ ਵਿੱਚ ਰੋਜ਼ੋਲੀਨੀ ਪਿੰਡ ਜੋ ਕਿ ਸਿਰਾਕੂਜ਼ਾ ਦੇ ਵਿੱਚ ਆ, ਉੱਥੇ ਰਹਿ ਰਹੀਆਂ ਸਨ 15 ਕੁੜੀਆਂ ਜੋ ਛੁੱਟੀ ਮਨਾਉਣ ਸਪੇਨ ਦੇ ਵਿੱਚ ਗਈਆਂ। ਛੁੱਟੀ ਤੋਂ ਵਾਪਸ ਆਉਣ ਵੇਲੇ ਪੋਜ਼ੀਟਿਵ ਹੋ ਗਈਆਂ ਨੇ। ਅਤੇ ਛੁੱਟੀਆਂ ਮਨਾਉਣ ਵੀ ਥੋੜ੍ਹਾ ਧਿਆਨ ਦੇ ਨਾਲ ਹੀ ਜਾਇਆ ਕਰੋ। ਇੱਕ ਹੋਰ ਵੈਕਸੀਨ ਦੁਨੀਆ ਦੇ ਵਿੱਚ ਤਿਆਰ ਹੋ ਰਹੀ ਹੈ ਜੀ, ਜੋ ਕਿ ਕੂਬਾ ਕੰਟਰੀ ਦੀ ਵੈਕਸੀਨ ਹੈ, ਜਿਸ ਨੂੰ ਇੰਡੀਆ ਦੇ ਵਿੱਚ ਤਿਆਰ ਕੀਤਾ ਜਾਣਾ ਜੀ। ਇੰਡੀਆ ਦੇ ਵਿੱਚ ਤਿਆਰ ਹੋਣ ਵਾਲੀ ਇਹ ਵੈਕਸੀਨ ਆ, ਇਸ ਦਾ ਨਾਮ ਆ ਜੀ ਫਿਨਲੇ ਜਿਹੜੀ ਵੈਕਸੀਨ ਹੈ ਇਹਨੂੰ ਇੰਡੀਆ ਦੇ ਵਿੱਚ ਤਿਆਰ ਕੀਤਾ ਜਾਊਗਾ ਜੀ। ਅਤੇ ਲੋਕਡਾਊਨ ਲੱਗ ਚੁੱਕਾ ਜੀ। ਲੋਕਡਾਊਨ 31 ਜੁਲਾਈ ਤੱਕ ਲੱਗ ਗਿਆ ਜੀ। ਰੈੱਡ ਜ਼ੋਨ ਜੋ ਲੱਗਾ ਜੀ ਤਾਤਾਊਨੀ ਦੇ ਵਿੱਚ ਲੱਗਾ, ਜਿਹੜਾ ਜੋ ਕਿ ਤੁਨੀਜ਼ੀਆ ਦੇ ਵਿੱਚ ਪੈ ਰਿਹਾ ਜੀ। ਉੱਥੇ 1 ਲੱਖ ਦੇ ਪਿੱਛੇ 400 ਕੇਸ ਆ ਰਿਹਾ। 11 ਤਰੀਕ ਤੋਂ ਲੈ ਕੇ 11 ਜੁਲਾਈ ਤੋਂ 31 ਜੁਲਾਈ ਤੱਕ ਲੋਕਡਾਊਨ ਆ ਜਿਹੜਾ ਉੱਥੇ ਲੱਗ ਚੁੱਕਾ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਜੋ ਆਪਣਾ ਅਪਡੇਟ ਆ ਉਹ ਆ ਰਿਹਾ ਜੀ ਵਿਚੈਂਸੇ ਤੋਂ। ਵਿਚੈਂਸੇ ਦੇ ਵਿੱਚ ਜਿੱਥੇ ਅਸੀਂ ਦੇਖਿਆ ਕਿ GKN ਵਾਲਿਆਂ ਨੇ ਜਿਹੜੇ ਆਪਣਾ 400 ਬੰਦਾ ਆ 400 ਬੰਦਾ ਉਹਨਾਂ ਨੇ ਆਪਣਾ ਇੱਦਾਂ ਈਮੇਲਾਂ 'ਤੇ ਹੀ ਕੱਢ ਦਿੱਤਾ ਜੀ ਕਿ ਸਾਨੂੰ ਬੰਦਿਆਂ ਦੀ ਲੋੜ ਨਹੀਂ, ਅਸੀਂ ਤੁਹਾਨੂੰ ਕੱਢ ਦਿੱਤਾ ਜੀ। ਈਮੇਲਾਂ 'ਤੇ ਇੱਦਾਂ ਨਹੀਂ ਕੱਢ ਸਕਦੇ। ਉੱਧਰ ਹੀ ਵਿਚੈਂਸੇ ਦੇ ਵਿੱਚ ਜੇ ਅਸੀਂ ਗੱਲ ਕਰੀਏ, ਉੱਥੇ ਕੁਝ ਇੱਦਾਂ ਦੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਵਿੱਚ ਬੰਦਿਆਂ ਦੀ ਕੰਮ ਦੀ ਲੋੜ ਆ ਅਤੇ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ। ਜੇਕਰ ਤੁਹਾਨੂੰ ਕੰਮ ਦੀ ਲੋੜ ਆ, ਵਿਚੈਂਸੇ ਦੇ ਵਿੱਚ ਕਾਫੀ ਫੈਕਟਰੀਆਂ ਨੇ ਜਿਨ੍ਹਾਂ ਦੇ ਵਿੱਚ ਕੰਮ ਦੀ ਲੋੜ ਆ, ਬੰਦੇ ਉਹਨਾਂ ਨੂੰ ਲੱਭ ਹੀ ਨਹੀਂ ਰਹੇ। ਦੱਸਿਆ ਜਾ ਰਿਹਾ ਕਿ ਜਿਹੜੇ ਕਮੀਚੇ ਬਲੂ ਵਾਲੇ ਆ ਉਹਨਾਂ ਨੂੰ ਨਹੀਂ ਲੱਭ ਰਹੇ। ਤਾਂ ਵਿਚੈਂਸੇ ਦੇ ਵਿੱਚ ਇਸ ਟਾਈਮ ਜਿਹੜੀ ਲੇਬਰ ਦੀ ਬਹੁਤ ਘਾਟ ਚੱਲ ਰਹੀ ਆ ਜੀ। ਬੜੀਆਂ ਜਿਹੜੀਆਂ ਫੈਕਟਰੀਆਂ ਟੈਕਨੀਸ਼ੀਅਨ ਤੋਂ ਲੈ ਕੇ ਜਿਹੜੇ ਨੋਰਮਲ ਕੰਮ 'ਤੇ ਵੀ ਜਿਹੜੇ ਕੰਮ ਕਰਦੇ ਆ ਓਪਰਾਈ ਜਿਹਨਾਂ ਨੂੰ ਅਸੀਂ ਕਹਿੰਦੇ, ਉਹਨਾਂ ਦੀ ਲੋੜ ਵਿਚੈਂਸੇ ਦੇ ਵਿੱਚ ਹੈਗੀ। ਇੱਕ ਵਾਰ ਕੰਮ ਦੀ ਲੋੜ ਆ ਵਿਚੈਂਸੇ ਦੇ ਜਿਹੜੀਆਂ ਫੈਕਟਰੀਆਂ ਉਹਨਾਂ ਦਾ ਗੇੜਾ ਜ਼ਰੂਰ ਮਾਰਿਓ ਜੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਦੱਸਿਆ ਵਿਚੈਂਸਾ ਬੰਦੇ ਲੱਭ ਰਿਹਾ ਜੀ। ਰਸ਼ੀਆ ਦੇ ਵਿੱਚ ਲਾਸਟਲੇ 25 ਘੰਟਿਆਂ ਦੇ 749 ਬੰਦਿਆਂ ਦੀ ਮੌਤ ਹੋਈ ਹੈ। ਲਗਾਤਾਰ ਉੱਥੇ ਜਿਹੜੀ ਗਿਣਤੀ ਆ ਵੱਧਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ, ਪਰ 700 ਤੋਂ ਉੱਤੇ ਹੀ ਚੱਲ ਰਹੀ ਆ। ਅਤੇ ਇਸ ਟਾਈਮ ਜਿਹੜਾ 749 ਬੰਦਾ ਉੱਥੇ ਲਾਸਟਲੇ 24 ਘੰਟਿਆਂ 'ਚ ਪੂਰਾ ਹੋਇਆ ਜੀ। ਇਹ ਰਿਕਾਰਡ ਨਹੀਂ ਅਸੀਂ ਕਹਿ ਸਕਦੇ ਕਿਉਂਕਿ 25,000 ਕੇਸ ਆ, 749 ਬੰਦਿਆਂ ਦੀ ਮੌਤ ਹੋਈ ਆ, ਪਰ 752 ਬੰਦੇ ਜਿਹੜੇ ਉੱਥੇ 1-2 ਦਿਨ ਪਹਿਲਾਂ ਉਹਨਾਂ ਦੇ ਬੰਦਿਆਂ ਦੀ ਮੌਤ ਹੋਈ ਸੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਇਸ ਟਾਈਮ ਇਟਲੀ ਦੇ ਵਿੱਚ ਵੀ ਇੱਕ ਤਾਨਾਸ਼ਾਹੀ ਦੀ ਗੱਲਬਾਤ ਕੀਤੀ ਜਾ ਰਹੀ ਆ, ਪਰ ਆਪਣੇ ਜਿਹੜੇ ਬੋਚਾ ਜੀ ਆ ਜੋ ਕਿ PD ਦੇ ਨੇ, ਉਹਨਾਂ ਨੇ ਕਹਿ ਦਿੱਤਾ ਕਿ ਨਹੀਂ, ਕਿ ਅਸੀਂ ਇਹ ਨਹੀਂ ਕਰ ਸਕਦੇ। ਇਟਲੀ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਕਿ ਧੱਕੇ ਦੇ ਨਾਲ ਸਾਰਿਆਂ ਦੇ ਵੈਕਸੀਨਾਂ ਲਾਈਆਂ ਜਾਣਗੀਆਂ, ਨਹੀਂ ਤਾਂ ਇਸ ਕੋਵਿਡ ਦੀ ਮਹਾਂਮਾਰੀ ਤੋਂ ਸਾਨੂੰ ਛੁਟਕਾਰਾ ਨਹੀਂ ਮਿਲਣਾ ਜਾਂ ਹੋ ਸਕਦਾ। ਪਰ ਇਸ ਟਾਈਮ ਦੱਸਿਆ ਜਾ ਰਿਹਾ ਕਿ ਕਾਫੀ ਜਿਹੜੇ ਮੰਤਰੀ ਇਸ ਪ੍ਰਸਤਾਵ ਦੇ ਹੱਕ ਦੇ ਵਿੱਚ ਨੇ, ਪਰ ਅਸੀਂ ਕਹਿੰਦੇ ਹਾਂ ਕਿ ਇੱਦਾਂ ਨਾ ਹੋਵੇ, ਕਿਉਂਕਿ ਸਾਰਿਆਂ ਦੇ ਧੱਕੇਸ਼ਾਹੀ ਨਾਲ ਵੈਕਸੀਨ ਲੱਗਣੀ ਇੱਕ ਗਲਤ ਗੱਲ ਹੈ ਜੀ। ਚਲੋ ਕੁਛ ਮਹਿਕਮੇ ਆ ਜਿਨ੍ਹਾਂ ਦੇ ਵਿੱਚ ਕਹਿ ਰਹੇ ਨੇ ਕਿ ਜਿਹੜੀ ਵੈਕਸੀਨ ਲੱਗਣੀ ਚਾਹੀਦੀ ਆ, ਪਰ ਇਹ ਇੱਕ ਆਪਣਾ ਪਰਸਨਲ ਡਿਸੀਜਨ ਹੋਣਾ ਚਾਹੀਦਾ ਕਿ ਵੈਕਸੀਨ ਲਾਣੀ ਆ ਜਾਂ ਫਿਰ ਨਹੀਂ ਲਾਣੀ ਜੀ। ਦੇਖਦੇ ਹਾਂ ਸਰਕਾਰ ਕੀ ਗੱਲ ਕਰਦੀ ਹੈ। ਜਿੱਦਾਂ ਹੀ ਸਾਨੂੰ ਕੋਈ ਅਪਡੇਟ ਆਉਂਦਾ ਇਹਦੇ ਬਾਰੇ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਜੀ। ਅਗਲਾ ਅਪਡੇਟ ਆ ਰਿਹਾ ਜੀ। ਅਗਲਾ ਅਪਡੇਟ ਆਪਣਾ ਆ ਰਿਹਾ ਇਟਲੀ ਦੀ ਸਰਕਾਰ ਵੱਲੋਂ। ਇਟਲੀ ਦੀ ਸਰਕਾਰ ਦੇ ਵਿੱਚ ਇੱਕ ਵਾਰ ਫਿਰ ਅਸੀਂ ਕਹਿ ਸਕਦੇ ਹਾਂ ਕਿ ਹਫੜਾ ਦਫੜੀ ਮੱਚ ਚੁੱਕੀ ਆ। ਮੱਤੇਓ ਸਲਵੀਨੀ ਜੀ ਉਹਨਾਂ ਦਾ ਬਿਆਨ ਆਇਆ ਕਿ ਕੋਂਤੇ ਆਪਣੇ ਪੂਰੀ ਜਾਨ ਲਾ ਰਿਹਾ ਜੀ ਕਿ ਕਿਸੇ ਵੀ ਤਰ੍ਹਾਂ ਮਾਰੀਓ ਦਰਾਗੀ ਦੇ ਪੈਰ ਖਿੱਚੇ ਜਾਣ ਅਤੇ ਉਹਨੂੰ ਸੁੱਟ ਲਿਆ ਜਾਵੇ। ਅਤੇ ਇਸ ਟਾਈਮ ਇੱਕ ਵਾਰ ਫਿਰ ਲੱਗ ਰਿਹਾ ਕਿ ਜਿਹੜੀਆਂ ਸਰਕਾਰਾਂ ਬਦਲ ਸਕਦੀਆਂ ਨੇ, ਪਰ ਉਮੀਦ ਕਰਦੇ ਕਿ ਸਰਕਾਰਾਂ ਇੱਕ ਵਾਰ ਫਿਰ ਨਾ ਬਦਲਣ, ਕਿਉਂਕਿ ਸਰਕਾਰਾਂ ਦੀਆਂ ਵੋਟਾਂ ਪੈ ਰਹੀਆਂ, ਇੱਕ ਦੂਜੇ ਦੇ ਨਾਲ ਪਾਰਟੀਆਂ ਚੇਂਜ ਹੋ ਰਹੀਆਂ ਨੇ। ਅਤੇ ਗੱਲ ਸਾਹਮਣੇ ਆ ਰਹੀ ਹੈ ਕਿ ਕੋਂਤੇ ਹੀ ਇਸ ਟਾਈਮ ਸਾਰਿਆਂ ਨੂੰ ਗੱਲਬਾਤ 'ਚ ਲੈ ਰਿਹਾ ਜੀ। ਦੇਖੋ 2018 ਦੀ ਸਰਕਾਰ ਕੀ ਸੀ, 2020 ਦੀ ਸਰਕਾਰ ਕੀ ਆ, 2021 ਦੇ ਵਿੱਚ ਸਰਕਾਰ ਕੀ ਕਰ ਰਹੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਹੀ ਕੋਈ ਅਪਡੇਟ ਆਉਂਦਾ ਇਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸਦੇ ਹਾਂ ਜੀ। ਸੁਣ ਰਹੇ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।